ਵੜਾ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਦੋ ਫਾੜ ਹੁੰਦੀ ਨਜ਼ਰ ਦਿਖਾਈ ਦੇ ਰਹੀ ਹੈ। ਇੱਕ ਹੋਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਬਿਲਕੁਲ ਇਸ ਖਬਰ ਨੇ ਸੱਚਮੁੱਚ ਸਾਰਿਆਂ ਨੂੰ ਹੈਰਾਨ ਕੀਤਾ ਕਿਉਂਕਿ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਖਿੱਚੋਤਾਣ ਚੱਲ ਰਹੀ ਸੀ ਉਹ ਹਰਿਆਣੇ ਦੇ ਵਿੱਚ ਹੀ ਸੀ। ਜਗਦੀਸ਼ ਝਿੰਡਾ ਹੋਣਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਇੱਕ 41 ਮੈਂਬਰੀ ਕਮੇਟੀ ਵੱਖਰੀ ਬਣਾ ਦਿੱਤੀ ਹੈ ਜੀ। ਔਰ ਇਹ ਵੀ ਖਬਰ ਆਈ ਹੈ ਕਿ ਉਸ ਨੂੰ ਥਾਪੜਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਮਿਲ ਗਿਆ। ਦੇਖੋ ਜਿਹੜੀ ਵੈਲਿਡਿਟੀ ਆ ਉਹ ਤੇ ਹਰਿਆਣਾ ਸਰਕਾਰ ਨੇ ਜਿਹੜੀ ਬਣਾਈ ਆ ਉਸੇ ਦੀ ਹੋਣੀ ਆ। ਹੁਣ ਗੱਲ ਹੈ ਕਿ ਇਹ ਜਿਹੜੇ ਮੈਂਬਰ ਬਣੇ ਆ ਇਹ ਕਿਵੇਂ ਕੰਮ ਕਰਨਗੇ। ਤੁਹਾਨੂੰ ਯਾਦ ਹੋਣਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਦੋ ਜਥੇਦਾਰ ਜਿਹੜੇ ਆ, ਇੱਕ ਤਾਂ SGPC ਵੱਲੋਂ ਜੀ, ਇੱਕ ਜਿਹੜਾ ਸਰਬੱਤ ਖਾਲਸਾ ਵੱਲੋਂ ਬਣਾਏ ਹੋਏ ਨੇ ਉਹ ਨੇ ਜਗਤਾਰ ਸਿੰਘ ਹਵਾਰਾ ਨੇ, ਇਸੇ ਤਰ੍ਹਾਂ ਬਾਕੀ ਆ। ਇਹ ਕੋਈ ਅਸੀਂ ਸਮਝਦੇ ਹਾਂ ਕੋਈ ਚੰਗੀ ਨਹੀਂ ਹੈਗੀ। ਇਹਦੇ ਵਿੱਚੋਂ ਕੋਈ ਨਾ ਕੋਈ ਹੋ ਸਕਦਾ ਕੋਈ ਚੰਗਿਆੜੀ ਲਾ ਦੇਵੇ ਤੇ ਇਹ ਕੋਈ ਵੱਡੀ ਸਮੱਸਿਆ ਨਾ ਬਣ ਜਾਵੇ। ਇਸ ਤੇ ਬਚਣ ਦੀ ਜਿਹੜੀ ਆ ਉਹ ਬਹੁਤ ਲੋੜ ਹੈ। ਜਿਹੜੇ ਸਾ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਕਹਿੰਦੇ ਵੱਡੇ ਕਾਰੋਬਾਰੀ ਨੂੰ ਲੈ ਕੇ ਆ ਰਹੇ ਨੇ। ਦੇਖੋ ਜਿਹੜੇ ਉਹ ਐਫਰਟਸ ਕਰ ਰਹੇ ਨੇ ਉਹ ਤਾਂ ਬਹੁਤ ਵਧੀਆ। ਇਹਦੇ ਵਿੱਚ ਦੋ ਰਾਇਵਾਂ ਨਹੀਂ ਹੈਗੀਆਂ ਕਿ ਸਾਨੂੰ ਬਾਹਰ ਦੀ ਇੰਡਸਟਰੀ ਦੀ ਲੋੜ ਹੈ, ਕਿਉਂਕਿ ਪਿਛਲੇ 30-35 ਸਾਲਾਂ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਜਾਂ ਤੇ ਬੰਦ ਹੋ ਗਈ ਹੈ ਜਾਂ ਉਹ ਸ਼ਿਫਟ ਕਰ ਗਿਆ ਹੈ ਜਾਂ ਉੱਥੋਂ ਰਿਟਰੈਂਚਮੈਂਟ ਹੋ ਗਈ ਹੈ, ਕੰਮ ਬੰਦ ਹੋ ਗਏ ਹੋਏ ਆ ਜਾਂ ਘਟ ਗਿਆ ਉਤਪਾਦਨ। ਇਸ ਵਕਤ ਤੇ ਬੜੀ ਲੋੜ ਹੈਗੀ ਹੈ ਪੰਜਾਬ ਨੂੰ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਕੱਲੀ ਖੇਤੀ ਤੇ ਗੁਜ਼ਾਰਾ ਸਾਡਾ ਨਹੀਂ ਹੈ। ਕਿਉਂਕਿ ਇੰਡਸਟਰੀ ਜਿੱਥੇ ਵੀ ਲੱਗੇਗੀ ਉੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਔਰ ਅਸੀਂ ਸਾਰੀ ਇੰਡਸਟਰੀ ਨੂੰ ਬੰਦ ਨਹੀਂ ਕਰ ਸਕਦੇ। ਇਹਨਾਂ ਗੱਲਾਂ ਦਾ ਵੀ ਜਵਾਬ ਦੇਣਾ ਪੈਣਾ ਸਰਕਾਰ ਨੂੰ ਕਿ ਇੱਕ ਪਾਸੇ ਤੁਸੀਂ ਬੰਦ ਕਰ ਰਹੇ ਹੋ, ਇਹ ਵੀ ਗੱਲਾਂ ਉਹਨਾਂ ਨੂੰ ਪਤਾ ਲੱਗ ਰਹੀਆਂ ਨੇ। ਜਿਹੜੇ ਬਾਹਰ ਦੇ ਇੰਡਸਟਰੀਜ਼ ਨੇ ਉਹਨਾਂ ਨੂੰ ਪਤਾ ਹੈ ਕਿ ਉੱਥੇ ਆਹ ਫੈਕਟਰੀ ਇਸ ਕਰਕੇ ਬੰਦ ਹੋ ਗਈ, ਆਹ ਇਸ ਕਰਕੇ ਬੰਦ ਹੋ ਗਈ, ਫਿਰ ਉਹ ਇੰਡਸਟਰੀ ਕਿਵੇਂ ਆਊਗੀ। ਫੇਵਰੇਟ ਸਾਹਿਬ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਟੇਜ ਦੇ ਉੱਤੇ ਹੀ ਹਗਾਮਾ ਉਦੋਂ ਹੋ ਗਿਆ ਜਦੋਂ ਵਿਧਾਇਕ ਦੇ ਹੱਥੋਂ ਮੈਚ ਖੋਲਿਆ ਗਿਆ। ਵਿਧਾਇਕ ਨੇ ਰਮਨ ਅਰੋੜਾ, ਉਹਨਾਂ ਦੀ ਹਾਜ਼ਰੀ ਵਿੱਚ ਤੇ ਉੱਥੇ ਬਾਕੀ ਵੀ ਮੰਤਰੀ ਨੇ ਉੱਥੇ ਇੰਦਰਬੀਰ ਸਿੰਘ ਨਿੱਜਰ ਉਹ ਵੀ ਉੱਥੇ ਮੌਜੂਦ ਸੀ। ਉਹਨਾਂ ਦੀ ਹਾਜ਼ਰੀ ਵਿੱਚ ਇੰਨੀ ਵੱਡੀ ਜਿਹੜੀ ਆ ਇਹ ਘਟਨਾ ਵਾਪਰੀ ਹੈ। ਇੱਕ ਦੂਜੇ ਤੋਂ ਮਾਈਕ ਖੋਏ ਜਾ ਰਹੇ ਸੀ ਔਰ ਇੱਥੋਂ ਤੱਕ ਵੀ ਵੀਡੀਓ ਪਤਾ ਲੱਗਿਆ ਕਿ ਆਡੀਓ ਸੁਣੀਆਂ ਗਈਆਂ ਨੇ ਕਿ ਇੱਕ ਦੂਜੇ ਉੱਤੇ ਬਲੇਮ ਕਰਦੇ ਪਏ ਆ ਕਿ ਤੇਰੇ ਆਉਣ ਕਰਕੇ ਸਾਰਾ ਕੁਝ ਵਿਗੜਿਆ, ਮਾਈਕ ਖੋਏ ਗਏ। ਇਹ ਸਾਡੇ ਜਿਹੜੇ ਪ੍ਰਤੀਨਿਧ ਨੇ ਜਾਂ ਜਿਹੜੇ ਲੋਕ ਸਮਾਜ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਉਹਨਾਂ ਤੋਂ ਸਾਨੂੰ ਇਹ ਆਸ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਬੱਲੋ ਪਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਨੇ ਸਾਡੇ D5 ਚੈਨਲ ਪੰਜਾਬੀ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਵੜੈਚ ਜੀ। ਆਓ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲਈ। ਵੜੈਚ ਸਾਹਿਬ ਬਹੁਤ ਸਵਾਗਤ ਜੀ। ਬਹੁਤ ਬਹੁਤ ਸ਼ੁਕਰੀਆ ਜੀ ਬੱਲੋਪੁਰ ਜੀ, ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਬਹੁਤ ਬਹੁਤ ਜੀ। ਵੜੈਚ ਸਾਹਿਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਦੋ ਫਾੜ ਹੁੰਦੀ ਨਜ਼ਰ ਦਿਖਾਈ ਦੇ ਰਹੀ ਹੈ। ਇੱਕ ਹੋਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਜੀ। ਬਿਲਕੁਲ ਇਸ ਖਬਰ ਨੇ ਸੱਚਮੁੱਚ ਸਾਰਿਆਂ ਨੂੰ ਹੈਰਾਨ ਕੀਤਾ ਕਿਉਂਕਿ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਖਿੱਚੋਤਾਣ ਚੱਲ ਰਹੀ ਸੀ ਉਹ ਹਰਿਆਣੇ ਦੇ ਵਿੱਚ ਹੀ ਸੀ ਤੇ ਪੰਜਾਬ ਦੇ ਵਿੱਚੋਂ ਅਕਾਲੀ ਪਾਰਟੀ ਦੂਸਰੇ ਲੀਡਰਾਂ ਨੇ ਤੇ SGPC ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਸਿੱਖ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਉਹ ਸਰਕਾਰ ਕਰਨਾ ਚਾਹੁੰਦੀ ਆ। BJP ਦੇ ਉੱਤੇ ਜਿਹੜੇ ਦੋਸ਼ ਲੱਗੇ ਸੀ, ਪਰ ਅੱਜ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਇਹ ਹੈ ਕਿ ਜਗਦੀਸ਼ ਸਿੰਘ ਝਿੰਡਾ ਜੋ ਕਿ ਪਹਿਲਾਂ ਲੰਮਾ ਸਮਾਂ ਉੱਥੇ RG ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਆ। ਬਿਲਕੁਲ ਜੀ। ਔਰ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਸਰਕਾਰ ਨੇ ਜਦੋਂ ਕੋਰਟ ਦੇ ਵਿੱਚ ਉਹ ਗਏ ਸੀ ਤਾਂ ਸੁਪਰੀਮ ਕੋਰਟ ਨੇ ਵੀ ਉਹਦੀ ਵੈਲਿਡਿਟੀ ਨੂੰ ਜਿਹੜਾ ਉਹ ਠੀਕ ਕਰ ਦਿੱਤਾ ਕਿ ਹਰਿਆਣੇ ਨੇ ਜੋ SGPC ਬਣਾਈ ਹੈ ਉਹ ਠੀਕ ਹੈ। ਸੋ ਇਸ ਕਰਕੇ ਲੱਗਦਾ ਸੀ ਕਿ ਕਿਸੇ ਨਾ ਕਿਸੇ ਤਣ ਪਤਨ ਗੱਲ ਲੱਗੇਗੀ ਔਰ ਸਰਕਾਰ ਨੇ ਜਿਹੜੀ ਕਮੇਟੀ ਬਣਾਈ ਉਹਦੇ ਕਮਲਜੀਤ ਸਿੰਘ ਮਹੰਤ ਜਿਹੜੇ ਆ, ਕਰਮਜੀਤ ਮਹੰਤ, ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਬਣਾਇਆ, ਉਹਦੇ ਵਿੱਚ ਸਰਕਾਰੀ ਮੈਂਬਰ ਵੀ ਆ। ਹੁਣ ਇਸ ਗੱਲ ਤੇ ਰੋਸ ਹੈ ਕਿ ਸਰਕਾਰ ਇਸ ਢੰਗ ਨਾਲ ਹਰਿਆਣਾ ਸਰਕਾਰ ਜਿਹੜੀ ਹੈ BJP ਉਹ ਹਰਿਆਣੇ ਦੇ ਗੁਰਦੁਆਰਾ ਸਾਹਿਬਾਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਪਰ ਅੱਜ ਜੋ ਡਿਵੈਲਪਮੈਂਟ ਹੋਈ ਹੈ ਕਿ ਜਗਦੀਸ਼ ਝਿੰਡਾ ਹੋਣਾ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਇੱਕ 41 ਮੈਂਬਰੀ ਕਮੇਟੀ ਵੱਖਰੀ ਬਣਾ ਦਿੱਤੀ ਹੈ ਜੀ।
ਔਰ ਇਹ ਵੀ ਖਬਰ ਆਈ ਹੈ ਕਿ ਉਸ ਨੂੰ ਥਾਪੜਾ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਮਿਲ ਗਿਆ। ਮੈਂ ਸਮਝਦਾ ਕਿ ਹਾਲਾਤ ਜਿਹੜੇ ਆ ਉਹ ਵੈਸੇ ਹੀ ਕੋਈ ਬਹੁਤੇ ਸਾਜ਼ਗਾਰ ਨਹੀਂ ਹੈਗੇ। ਪੰਜਾਬ ਦੇ ਵਿੱਚ ਵੀ ਸਥਿਤੀਆਂ ਬੜੀਆਂ ਅਜੀਬ ਬਣੀਆਂ ਹੋਈਆਂ ਨੇ ਔਰ ਇਹ ਜਿਹੜੀ ਅੱਜ ਦੀ ਡਿਵੈਲਪਮੈਂਟ ਹੈ ਇਹ ਸਿੱਧੀ ਤੇ ਸਿੱਧੀ ਟੱਕਰ ਸਰਕਾਰ ਦੇ ਨਾਲ ਜਿਹੜੀ ਆ ਉਹ ਹੋ ਗਈ ਹੈ। ਕਿਉਂਕਿ ਪੈਰਲਲ ਜਦੋਂ ਤੁਸੀਂ ਦੋ ਸਰਕਾਰਾਂ ਦੇ ਵਿੱਚ ਦੋ ਕਮੇਟੀਆਂ ਬਣਾਈਆਂ ਇੱਕ ਸਰਕਾਰ ਦੇ ਵਿੱਚ, ਤਾਂ ਦੇਖੋ ਜਿਹੜੀ ਵੈਲਿਡਿਟੀ ਆ ਉਹ ਤੇ ਹਰਿਆਣਾ ਸਰਕਾਰ ਨੇ ਜਿਹੜੀ ਬਣਾਈ ਆ ਉਸੇ ਦੀ ਹੋਣੀ ਆ। ਹੁਣ ਗੱਲ ਹੈ ਕਿ ਇਹ ਜਿਹੜੇ ਮੈਂਬਰ ਬਣੇ ਆ ਇਹ ਕਿਵੇਂ ਕੰਮ ਕਰਨਗੇ। ਤੁਹਾਨੂੰ ਯਾਦ ਹੋਣਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਦੋ ਜਥੇਦਾਰ ਜਿਹੜੇ ਆ, ਇੱਕ ਤਾਂ SGPC ਵੱਲੋਂ ਜੀ, ਇੱਕ ਜਿਹੜਾ ਸਰਬੱਤ ਖਾਲਸਾ ਵੱਲੋਂ ਬਣਾਏ ਹੋਏ ਨੇ ਉਹ ਨੇ ਜਗਤਾਰ ਸਿੰਘ ਹਵਾਰਾ ਨੇ, ਇਸੇ ਤਰ੍ਹਾਂ ਬਾਕੀ ਆ। ਸੋ ਜਿਹੜੀ ਦੂਸਰੇ ਜਥੇਦਾਰ ਥਾਪੇ ਗਏ ਮਤਵਾਦੀ ਜਥੇਦਾਰ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਨੇ ਕੋਈ ਵੀ ਜਿਹੜਾ ਆਫੀਸ਼ੀਅਲ ਤੌਰ ਤੇ ਕੰਮ ਨਹੀਂ ਕੀਤਾ ਕਿਉਂਕਿ ਉਸ ਦਫ਼ਤਰ ਵਿੱਚ ਵੀ ਨਹੀਂ ਜਾ ਸਕਦੇ ਉਹ। ਇਹੀ ਸਥਿਤੀ ਇਸ ਕਮੇਟੀ ਦੀ ਹੋਣੀ ਆ ਜੋ ਝਿੰਡਾ ਜੀ ਨੇ 41 ਮੈਂਬਰਾਂ ਨਾਲ ਬਣਾਈ ਆ ਕਿ ਇਹ ਕੀ ਕਰੀਏ। ਇਹਦੇ ਵਿੱਚੋਂ ਟਕਰਾਓ ਦੀ ਸਥਿਤੀ ਜਿਹੜੀ ਆ ਉਹ ਨਿਕਲਦੀ ਲੱਗਦੀ ਆ। ਇਹ ਟਕਰਾਓ ਦੀ ਸਥਿਤੀ ਸਿਰਫ ਸਿਧਾਂਤਕ ਨਹੀਂ ਹੋਏਗੀ, ਮੈਨੂੰ ਲੱਗਦਾ ਕਿ ਇਹ ਟਕਰਾਓ ਜਿਹੜਾ ਕਿਤੇ ਇਹ ਨਾ ਹੋਵੇ ਕਿ ਗਰੁੱਪਾਂ ਦੇ ਵਿੱਚ ਹੋ ਜਾਵੇ। ਇਸ ਤੋਂ ਬਚਣ ਦੀ ਲੋੜ ਹੈ ਤੇ ਜਿਹੜੇ ਸਿਆਣੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਇਸ ਟਕਰਾਓ ਤੋਂ ਜਿਹੜਾ ਬਹੁਤ ਬਚਣ ਦੀ ਲੋੜ ਆ ਕਿਉਂਕਿ ਪਹਿਲਾਂ ਵੀ ਟਕਰਾਓ ਜਿਹੜੇ ਆ ਕਈ ਵਾਰੀ ਹੋ ਚੁੱਕੇ ਆ। ਤੁਹਾਨੂੰ ਯਾਦ ਹੋਣਾ 1978 ਦੀ ਵਿਸਾਖੀ ਵਿੱਚ ਜਿਹੜਾ ਟਕਰਾਓ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਨੇ ਇੱਕ ਬੜਾ ਲੰਮਾ ਸਮਾਂ ਭੁਗਤਿਆ ਸੀ। ਕਿਤੇ ਆਪਾਂ ਕਿਤੇ ਇਸ ਕਿਸਮ ਦੀ ਚਾਲ ਦੇ ਵਿੱਚ ਨਾ ਫਸ ਜਾਈਏ। ਸੋਚਣਾ ਚਾਹੀਦਾ ਕਿ ਪੈਰਲਲ ਕਮੇਟੀ ਬਣਾਉਣ ਲੱਗਿਆਂ ਕਿ ਤੁਹਾਨੂੰ ਕਾਨੂੰਨੀ ਤੌਰ ਤੇ ਪ੍ਰਵਾਨਿਤ ਹੋਵੋਗੇ ਜਾਂ ਨਹੀਂ ਹੋਵੋਗੇ ਇਹ ਹੁਣ ਪਤਾ ਲੱਗੇਗਾ। ਔਰ ਜਿਹੜਾ ਅਕਾਲ ਤਖਤ ਵੱਲੋਂ ਜਿਹੜੀ ਹਮਾਇਤ ਕੀਤੀ ਗਈ ਆ ਇਹਦਾ ਵੀ ਸਪਸ਼ਟੀਕਰਨ ਪੂਰੇ ਤੌਰ ਤੇ ਕੱਲ ਤੱਕ ਆ ਜਾਏਗਾ ਤੇ ਤੁਹਾਡੇ ਨਾਲ ਸਾਂਝਾ ਜਿਹੜਾ ਉਹ ਅਸੀਂ ਕਰਦੇ ਹਾਂ ਜੀ। ਬੜਾ ਸਾਹਿਬ ਲੱਗਦਾ ਨਾ ਕਿਤੇ ਨਾ ਕਿਤੇ ਸਿੱਖਾਂ ਦੇ ਜਿਹੜੇ ਮਸਲੇ ਆ ਜੀ ਉਹਨਾਂ ਦੇ ਉੱਤੇ ਤਕਰੀਬਨ ਸਿਆਸਤੀ ਹੁੰਦੀ ਆ ਰਹੀ ਹੈ ਜੀ। ਦੇਖੋ ਬਿਲਕੁਲ ਬੜਾ ਸਪਸ਼ਟ ਹੈਗਾ ਕਿ ਇਸ ਤੋਂ ਪਹਿਲਾਂ ਵੀ ਮਸਲੇ ਹੋਏ ਆ ਔਰ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖਾਂ ਪ੍ਰਤੀ ਜਿਹੜੀ ਆ ਵੱਖਰੀ ਕਿਸਮ ਦੀ ਹਮਦਰਦੀ ਹੈ ਜਿਹੜੀ ਉਹ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਸ ਸਾਰੀ ਸਥਿਤੀ ਦੇ ਵਿੱਚ ਇਹ ਡਿਵੈਲਪਮੈਂਟ ਜਿਹੜੀ ਆ ਇਹ ਕੋਈ ਅਸੀਂ ਸਮਝਦੇ ਹਾਂ ਕੋਈ ਚੰਗੀ ਨਹੀਂ ਹੈਗੀ। ਇਹਦੇ ਵਿੱਚੋਂ ਕੋਈ ਨਾ ਕੋਈ ਹੋ ਸਕਦਾ ਕੋਈ ਚੰਗਿਆੜੀ ਲਾ ਦੇਵੇ ਤੇ ਇਹ ਕੋਈ ਵੱਡੀ ਸਮੱਸਿਆ ਨਾ ਬਣ ਜਾਵੇ। ਇਸ ਤੇ ਬਚਣ ਦੀ ਜਿਹੜੀ ਆ ਉਹ ਬਹੁਤ ਲੋੜ ਹੈਗੀ ਆ ਜੀ। ਤੇ ਜਿਹੜਾ ਸਾਹਿਬ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਕਹਿੰਦੇ ਵੱਡੇ ਕਾਰੋਬਾਰੀ ਨੂੰ ਲੈ ਕੇ ਆ ਰਹੇ ਨੇ ਜੀ। ਇਹ ਬੜੀ ਚੰਗੀ ਗੱਲ ਹੈ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਗਵੰਤ ਮਾਨ ਹੋਣੀ ਮਦਰਾਸ ਗਏ ਸੀ ਚੇਨਈ ਦੇ ਵਿੱਚ, ਉੱਥੇ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਤੇ ਹੁਣ ਉਹ ਅੱਜ ਬੰਬੇ ਦੇ ਵਿੱਚ ਪਹੁੰਚੇ ਹੋਏ ਆ। ਸਟਾਕ ਐਕਸਚੇਂਜ ਵੀ ਪਤਾ ਲੱਗਿਆ ਗਏ ਆ। ਦੇਖੋ ਜਿਹੜੇ ਉਹ ਐਫਰਟਸ ਕਰ ਰਹੇ ਨੇ ਉਹ ਤਾਂ ਬਹੁਤ ਵਧੀਆ। ਇਹਦੇ ਵਿੱਚ ਦੋ ਰਾਇਵਾਂ ਨਹੀਂ ਹੈਗੀਆਂ ਕਿ ਸਾਨੂੰ ਬਾਹਰ ਦੀ ਇੰਡਸਟਰੀ ਦੀ ਲੋੜ ਹੈ ਕਿਉਂਕਿ ਪਿਛਲੇ 30-35 ਸਾਲਾਂ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਜਾਂ ਤੇ ਬੰਦ ਹੋ ਗਈ ਹੈ ਜਾਂ ਉਹ ਸ਼ਿਫਟ ਕਰ ਗਿਆ ਜਾਂ ਉੱਥੋਂ ਰਿਟਰੈਂਚਮੈਂਟ ਹੋ ਗਈ ਹੈ, ਕੰਮ ਬੰਦ ਹੋ ਗਏ ਹੋਏ ਆ ਜਾਂ ਘਟ ਗਿਆ ਉਤਪਾਦਨ ਜੀ। ਸੋ ਇਸ ਵਕਤ ਇਹ ਬੜੀ ਲੋੜ ਹੈਗੀ ਹੈ ਪੰਜਾਬ ਨੂੰ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਔਰ ਇਕੱਲੀ ਖੇਤੀ ਤੇ ਗੁਜ਼ਾਰਾ ਸਾਡਾ ਨਹੀਂ ਹੋਣਾ। ਪਰ ਨਾਲ ਦੀ ਨਾਲ ਇੱਕ ਸਵਾਲ ਜਿਹੜਾ ਉਹ ਬਣਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਨਦੀਪ ਜੀ ਖਬਰ ਆਈ ਸੀ ਕਿ ਜਿਹੜਾ ਮੱਤੇਵਾੜਾ ਦੇ ਵਿੱਚ ਟੈਕਸਟਾਈਲ ਜਿਹੜਾ ਉਹ ਬਣਨਾ ਸੀਗਾ ਇੱਕ ਬਹੁਤ ਵੱਡਾ ਕੰਪਲੈਕਸ ਜੀ, ਉਹ ਵਾਤਾਵਰਣ ਨੂੰ ਨੁਕਸਾਨ ਹੋਣ ਕਰਕੇ ਉਹ ਜਿਹੜਾ ਰੱਦ ਕਰ ਦਿੱਤਾ ਸਰਕਾਰ ਨੇ। ਸਰਕਾਰ ਦੀ ਉਹ ਪਹਿਲੀ ਸੀ ਕਿ ਇੰਡਸਟਰੀ ਖੋਲ੍ਹਣ ਤੋਂ ਪਹਿਲਾਂ ਇੱਕ ਇੰਡਸਟਰੀ ਰੱਦ ਕਰਨੀ ਪਈ ਕਿਉਂਕਿ ਕੈਪਟਨ ਸਰਕਾਰ ਉਹਨੂੰ ਮਾਨਤਾ ਦੇ ਗਈ ਸੀਗੀ ਜੀ। ਖੈਰ ਉਹਨਾਂ ਨੇ ਵਾਤਾਵਰਣ ਦੇ ਹਿੱਤ ਦੇ ਵਿੱਚ ਕਹਿ ਕੇ ਕਿ ਵਾਤਾਵਰਣ ਨੂੰ ਅਸੀਂ ਵਿਗੜਨ ਨਹੀਂ ਦੇਣਾ, ਇਸ ਕਰਕੇ ਉਹ ਬੰਦ ਕੀਤੀ ਔਰ ਕਿਹਾ ਕਿ ਉਹਦੀ ਥਾਂ ਤੇ ਅਸੀਂ ਬਰਾਬਰ ਦੀ ਜ਼ਮੀਨ ਦੇਵਾਂਗੇ। ਪਹਿਲਾਂ ਪਤਾ ਲੱਗਿਆ ਸੀ ਕਿ ਫਤਿਹਗੜ੍ਹ ਸਾਹਿਬ 'ਚ ਦੇ ਰਹੇ ਆ, ਫਿਰ ਪਤਾ ਲੱਗਿਆ ਸੀ ਕਿ ਸ਼ਾਇਦ ਫਾਜ਼ਿਲਕਾ 'ਚ ਦੇ ਰਹੇ ਆ, ਸਪਸ਼ਟ ਨਹੀਂ ਹੋਇਆ। ਇੱਕ ਤੇ ਉਹ ਬਹੁਤ ਵੱਡਾ ਨੁਕਸਾਨ ਹੋਇਆ ਔਰ ਕੇਂਦਰ ਨੇ ਇਹ ਗੱਲ ਕਹਿ ਦਿੱਤੀ ਆ ਕਿ ਉਹ ਜਿਹੜਾ ਟੈਕਸਟਾਈਲ ਸਾਡੇ ਪਾਰਕ ਬਣਨਾ ਸੀ ਉਹ ਸਰਕਾਰ ਨੇ ਹੁਣ ਸੈਂਟਰ ਗਵਰਨਮੈਂਟ ਨੇ ਰੱਦ ਕਰ ਦਿੱਤਾ। ਸੋ ਸਾਨੂੰ ਬਹੁਤ ਵੱਡਾ ਧੱਕਾ ਲੱਗਿਆ ਕਿ ਇੰਨਾ ਵੱਡਾ ਟੈਕਸਟਾਈਲ ਪਾਰਕ ਜਿਹੜਾ ਬਣਨਾ ਸੀ ਉਹ ਅਸੀਂ ਹੱਥੋਂ ਗਵਾ ਬੈਠੇ। ਜੇ ਤੇ ਸਮੇਂ ਸਿਰ ਸਰਕਾਰ ਨੇ ਐਕਸ਼ਨ ਨਹੀਂ ਲਿਆ, ਹੁਣ ਤੱਕ ਕੋਈ ਸਪਸ਼ਟ ਸਥਿਤੀ ਸਰਕਾਰ ਵੱਲੋਂ ਨਹੀਂ ਆਈ, ਸਰਕਾਰ ਵੀ ਚੁੱਪ ਹੈ ਭਗਵੰਤ ਮਾਨ ਦੀ ਕਿ ਉਹ ਟੈਕਸਟਾਈਲ ਪਾਰਕ ਬੰਦ ਹੋਣ ਤੋਂ ਬਾਅਦ ਹੁਣ ਕੀ ਹੋਏਗਾ। ਦੂਸਰਾ ਇਹਨਾਂ ਨੇ ਜਿਹੜਾ ਜ਼ੀਰਾ ਫੈਕਟਰੀ ਬੰਦ ਕੀਤੀ ਉਹਦੇ ਉੱਤੇ ਭਾਵੇਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰਨ ਦੀ ਗੱਲ ਉੱਠ ਰਹੀ ਸੀ ਪਰ ਇੱਕਦਮ ਸਰਕਾਰ ਵੱਲੋਂ ਇਹ ਫੈਸਲਾ ਲੈ ਲੈਣਾ ਕਿ ਜ਼ੀਰਾ ਫੈਕਟਰੀ ਬੰਦ ਕਰ ਦਿੱਤੀ ਜਾਵੇ ਉਹ ਦੇਸ਼ ਸਾਡੇ ਜਿਹੜੇ ਆ ਰਾਜ ਦੇ ਹੱਕ ਦੇ ਵਿੱਚ ਨਹੀਂ ਲੱਗਦਾ।
ਬਹੁਤ ਸਾਰੇ ਮਜ਼ਦੂਰ ਜਿਹੜੇ ਆ ਉਹ ਉੱਥੇ ਦੇ ਕਰਮਚਾਰੀ ਆ ਬੇਰੁਜ਼ਗਾਰ ਹੋ ਗਏ। ਲੇਕਿਨ ਜਿਹੜੀ ਉੱਥੇ ਦੀ ਸਮੱਸਿਆ ਸੀ ਹੱਲ ਉਹਨੂੰ ਕਰਨਾ ਚਾਹੀਦਾ, ਕਿਉਂਕਿ ਇੰਡਸਟਰੀ ਜਿੱਥੇ ਵੀ ਲੱਗੇਗੀ ਉੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣਗੀਆਂ ਔਰ ਅਸੀਂ ਸਾਰੀ ਇੰਡਸਟਰੀ ਨੂੰ ਬੰਦ ਨਹੀਂ ਕਰ ਸਕਦੇ। ਬਿਲਕੁਲ ਇਹਨਾਂ ਗੱਲਾਂ ਦਾ ਵੀ ਜਵਾਬ ਦੇਣਾ ਪੈਣਾ ਸਰਕਾਰ ਨੂੰ ਕਿ ਇੱਕ ਪਾਸੇ ਤੁਸੀਂ ਬੰਦ ਕਰ ਰਹੇ ਹੋ, ਇਹ ਵੀ ਗੱਲਾਂ ਉਹਨਾਂ ਨੂੰ ਪਤਾ ਲੱਗ ਰਹੀਆਂ ਨੇ ਜਿਹੜੇ ਬਾਹਰ ਦੇ ਇੰਡਸਟਰੀਜ਼ ਨੇ, ਉਹਨਾਂ ਨੂੰ ਪਤਾ ਹੈ ਕਿ ਉੱਥੇ ਆਹ ਫੈਕਟਰੀ ਇਸ ਕਰਕੇ ਬੰਦ ਹੋ ਗਈ, ਆਹ ਇਸ ਕਰਕੇ ਬੰਦ ਹੋ ਗਈ, ਫਿਰ ਉਹ ਇੰਡਸਟਰੀ ਕਿਵੇਂ ਆਊਗੀ। ਹਾਲਾਂਕਿ ਭਗਵੰਤ ਮਾਨ ਹੋਣਾ ਨੇ ਚੇਨਈ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਉਹਦੇ ਵਿੱਚ ਕਿਹਾ ਉਹਨਾਂ ਨੇ ਕਿ ਅਸੀਂ ਇੱਕ ਸਿੰਗਲ ਵਿੰਡੋ ਜਿਹੜੀ ਆ ਉਹ ਕਲੀਅਰੈਂਸ ਬਣਾਵਾਂਗੇ ਜਿੱਥੇ ਤੁਹਾਨੂੰ ਕਿਤੇ ਨਹੀਂ ਜਾਣਾ ਪਏਗਾ ਔਰ ਇੱਕ ਨੋਡਲ ਅਫਸਰ ਹਰ ਯੂਨਿਟ ਦੇ ਨਾਲ ਹੋਏਗਾ, ਸਾਰਾ ਕੁਝ ਪਾਸ ਕਰਾ ਕੇ ਦੇਗਾ। ਪਰ ਗੱਲ ਇਹ ਆ ਕਿ ਇੱਕ ਪਾਸੇ ਅਸੀਂ ਇੰਡਸਟਰੀਜ਼ ਏਡੀਆਂ ਵੱਡੀਆਂ ਬੰਦ ਕਰਨ ਦੇ ਫੈਸਲੇ ਲੈ ਰਹੇ ਹਾਂ, ਦੂਸਰੇ ਪਾਸੇ ਜਿਹੜੀਆਂ ਨਵੀਆਂ ਲਾ ਰਹੇ ਹਾਂ ਫਿਰ ਉਹ ਕਿਵੇਂ ਹੋਣਗੇ, ਕਿਉਂਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ 22 ਤੇ 23 ਫਰਵਰੀ ਨੂੰ ਪੰਜਾਬ ਦੇ ਵਿੱਚ ਇਨਵੈਸਟ ਪੰਜਾਬ ਸਮਿਟ ਹੋ ਰਿਹਾ ਹੈ, ਬਹੁਤ ਵੱਡਾ। ਇਸ ਤਰ੍ਹਾਂ ਦੇ ਸਮਿਟ ਪਹਿਲਾਂ ਅਕਾਲੀ ਸਰਕਾਰ ਵੀ ਕਰ ਚੁੱਕੀ ਹੈ, ਕੈਪਟਨ ਸਰਕਾਰ ਵੀ ਕਰ ਚੁੱਕੀ ਹੈ, ਪਰ ਕਿਤੇ ਇਸ ਕਿਸਮ ਦਾ ਨਾ ਬਹੁਤ ਵੱਡਾ ਕੁਝ ਸਾਨੂੰ ਸਾਹਮਣੇ ਨਹੀਂ ਆਇਆ ਕਿ ਪੰਜਾਬ 'ਚ ਇੰਨੇ ਵੱਡੇ ਇਨਵੈਸਟ ਜਿਹੜੇ ਆ ਉਹ ਪੰਜਾਬ ਸੰਮੇਲਨ ਹੋਇਆ ਤੇ ਸਾਨੂੰ ਇੰਡਸਟਰੀ ਤੇ ਕਿਤੇ ਏਡੀ ਵੱਡੀ ਦਿਸ ਨਹੀਂ ਰਹੀ ਹੈਗੀ। ਬਿਲਕੁਲ। ਸੋ ਕਿਤੇ ਇਹ ਨਾ ਹੋਵੇ ਕਿ ਇਹ ਵੀ, ਕਿਉਂਕਿ ਅੱਗੋਂ ਜਲੰਧਰ ਦੀ ਇਲੈਕਸ਼ਨ ਆ ਰਹੀ ਹੈ ਜੀ, ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਜਾਂ ਤੇ ਉਸ ਤੋਂ ਪਹਿਲਾਂ ਕੋਈ ਰਿਜ਼ਲਟ ਦੇਣੇ ਪੈਣਗੇ ਤੇ ਨਹੀਂ ਤੇ ਫਿਰ ਜਿਹੜੇ ਆ ਉਹ ਵਾਅਦੇ ਜਿਹੜੇ ਆ ਉਹ ਖੋਖਲੇ ਹੋਣਗੇ। ਲੋਕ ਆਸ ਕਰਦੇ ਆ ਕਿ ਬਦਲਾਅ ਦੀ ਸਰਕਾਰ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਔਰ ਬਦਲਾਅ ਦਿਖਣਾ ਚਾਹੀਦਾ ਹੈ, ਸਿਰਫ ਇੰਜ ਨਹੀਂ ਹੋਣਾ ਚਾਹੀਦਾ ਕਿ ਅਸੀਂ ਇਸ਼ਤਿਹਾਰਾਂ 'ਚ ਜਾਈਏ ਜਿਵੇਂ ਕਿ ਪਿਛਲੇ ਦਿਨਾਂ ਵਿੱਚ ਕੁਝ IAS ਅਫਸਰ ਬਦਲ ਦਿੱਤੇ ਇਸ ਕਰਕੇ ਕਿ ਉਹਨਾਂ ਨੇ ਇਸ਼ਤਿਹਾਰ ਜਿਹੜੇ ਆ ਐਜੂਕੇਸ਼ਨ ਡਿਪਾਰਟਮੈਂਟ ਦੇ ਉਹ ਕਰਨ ਵਾਸਤੇ ਨਹੀਂ ਦਿੱਤੇ, ਹੈਲਥ ਡਿਪਾਰਟਮੈਂਟ ਦੇ ਨਹੀਂ ਕਰਨ ਵਾਸਤੇ ਸੈਂਕਸ਼ਨ ਨਹੀਂ ਕੀਤੀ ਤੇ ਉਹਨਾਂ ਦੇ ਡਿਪਾਰਟਮੈਂਟ ਬਦਲ ਦਿੱਤੇ ਗਏ। ਅੰਦਰੋਂ ਖਾਤੇ ਪਿਛਲੇ ਦਿਨਾਂ ਦੇ ਵਿੱਚ IAS ਤੇ PC ਅਫਸਰਾਂ ਨਾਲ ਵੀ ਟਕਰਾਅ ਸਰਕਾਰ ਦਾ ਹੋ ਕੇ ਰਿਹਾ। ਸੋ ਇਹ ਮਸਲੇ ਵੱਧ ਰਹੇ ਨੇ ਦਿਨੋਂ ਦਿਨ। ਬਿਲਕੁਲ ਜੀ ਜੀ। ਤੇ ਵੀਰੇ ਸਾਹਿਬ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਟੇਜ ਦੇ ਉੱਤੇ ਹੀ ਹਗਾਮਾ ਉਦੋਂ ਹੋ ਗਿਆ ਜਦੋਂ ਵਿਧਾਇਕ ਦੇ ਹੱਥੋਂ ਮੈਕ ਖੋਲਿਆ ਗਿਆ ਜੀ। ਇਹ ਘਟਨਾ ਜਲੰਧਰ ਦੇ ਵਿੱਚ ਅੱਜ ਵਾਪਰੀ ਹੈ ਜੀ ਔਰ ਬੜੀ ਮਾੜੀ ਗੱਲ ਹੈ ਕਿ ਸਾਡੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਲੋਕ ਪ੍ਰਤੀਨਿਧ ਨੇ, MLA ਜਿਹੜਾ ਹੁੰਦਾ ਵਿਧਾਇਕ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ, ਉਹ ਮੈਂਬਰ ਨੂੰ ਉਸ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਹੁੰਦੀਆਂ, ਆਪਣਾ ਪ੍ਰਤੀਨਿਧ ਚੁਣਿਆ ਹੁੰਦਾ। ਬਿਲਕੁਲ ਜੀ। ਤੇ ਅੱਜ ਉੱਥੇ ਜੋ ਮੀਟਿੰਗ ਹੋਣੀ ਸੀ ਉੱਥੇ ਕਿਉਂਕਿ ਕੁਝ ਕਾਂਗਰਸੀ ਆਗੂ ਤੇ ਅਕਾਲੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਜਲੰਧਰ ਕੈਂਟ ਦੇ ਜਿਹੜੇ ਵਿਧਾਇਕ ਨੇ ਰਮਨ ਅਰੋੜਾ, ਉਹਨਾਂ ਦੀ ਹਾਜ਼ਰੀ ਵਿੱਚ ਤੇ ਉੱਥੇ ਬਾਕੀ ਵੀ ਮੰਤਰੀ ਨੇ ਉੱਥੇ ਇੰਦਰਬੀਰ ਸਿੰਘ ਨਿੱਜਰ, ਉਹ ਵੀ ਉੱਥੇ ਮੌਜੂਦ ਸੀਗੇ। ਉਹਨਾਂ ਦੀ ਹਾਜ਼ਰੀ ਵਿੱਚ ਇੰਨੀ ਵੱਡੀ ਜਿਹੜੀ ਆ ਇਹ ਘਟਨਾ ਵਾਪਰੀ ਹੈ। ਇੱਕ ਦੂਜੇ ਤੋਂ ਮਾਈਕ ਖੋਏ ਜਾ ਰਹੇ ਸੀ ਔਰ ਇੱਥੋਂ ਤੱਕ ਵੀ ਵੀਡੀਓ ਪਤਾ ਲੱਗਿਆ ਕਿ ਆਡੀਓ ਸੁਣੀਆਂ ਗਈਆਂ ਨੇ ਕਿ ਇੱਕ ਦੂਜੇ ਉੱਤੇ ਬਲੇਮ ਕਰਦੇ ਪਏ ਆ ਕਿ ਤੇਰੇ ਆਉਣ ਕਰਕੇ ਸਾਰਾ ਕੁਝ ਵਿਗੜਿਆ, ਮਾਈਕ ਖੋਏ ਗਏ। ਇਹ ਸਾਡੇ ਜਿਹੜੇ ਪ੍ਰਤੀਨਿਧ ਨੇ ਜਾਂ ਜਿਹੜੇ ਲੋਕ ਸਮਾਜ ਦੀ ਪ੍ਰਤੀਨਿਧਤਾ ਕਰਨਾ ਚਾਹੁੰਦੇ ਉਹਨਾਂ ਤੋਂ ਸਾਨੂੰ ਇਹ ਆਸ ਨਹੀਂ ਹੈਗੀ, ਕਿਉਂਕਿ ਤੁਸੀਂ ਮਾਡਲ ਬਣਨਾ। ਸਾਡੇ MLA, ਸਾਡੇ ਮੰਤਰੀ ਸਾਹਿਬਾਨ, ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ, ਸਾਡੇ ਮੁੱਖ ਮੰਤਰੀ, ਇਹ ਸਾਡੇ ਮਾਡਲ ਨੇ ਲੋਕਾਂ ਵਾਸਤੇ। ਜੇ ਇਹ ਸਟੇਜ ਤੇ ਕਰਨਗੇ ਤੇ ਇਹਦਾ ਮਤਲਬ ਇਹ ਆ ਕਿ ਸਿਰਫ ਕੁਰਸੀ ਦੀ ਲੜਾਈ ਆ, ਇਸ ਤੋਂ ਇਲਾਵਾ ਕੋਈ ਗੱਲ ਨਹੀਂ ਹੈਗੀ। ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀ MCD ਦੀਆਂ ਇਲੈਕਸ਼ਨਾਂ ਹੋਈਆਂ, ਉਹ ਹਾਲੇ ਤੱਕ ਮੇਅਰ ਨਹੀਂ ਚੁਣ ਸਕੇ। ਅੱਜ ਉਹਨਾਂ ਨੇ ਇਕੱਠੇ ਹੋਣਾ ਸੀ ਮੇਅਰ ਚੁਣਨ ਵਾਸਤੇ, ਅੱਜ ਫੇਰ ਉੱਥੇ ਇਹੀ ਹੋਇਆ, ਉੱਥੇ ਮੇਅਰ ਨਹੀਂ ਚੁਣਿਆ ਜਾ ਸਕਿਆ ਤੇ ਉਹ ਹੁਣ ਅਗਲੇ ਪੈ ਗਈ। ਹਲਕੇ ਆਮ ਆਦਮੀ ਪਾਰਟੀ ਦੀ ਉੱਥੇ ਮੈਜੋਰਟੀ ਹੈ, 2 ਨੰਬਰ ਤੇ ਭਾਜਪਾ 113 ਸੀਟਾਂ ਨਾਲ ਹੈ ਜੀ। ਔਰ ਇਹ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ 150 ਮੈਂਬਰਾਂ ਦੀ ਜਿਹੜੀ ਹੈ ਉਹ ਹਮਾਇਤ ਹੈ 274 ਮੈਂਬਰਾਂ ਚੋਂ। ਉਹ ਕੋਸ਼ਿਸ਼ ਕਰ ਰਹੇ ਆ, ਲੇਕਿਨ ਕਿਉਂਕਿ ਜਿਹੜਾ ਦਲ ਬਦਲੂ ਕਾਨੂੰਨ ਹੈ ਉਹ ਜਿਹੜਾ ਕਾਉਂਸਲਰਸ ਦੇ ਉੱਤੇ ਲਾਗੂ ਨਹੀਂ ਹੁੰਦਾ। ਸੋ ਇਸ ਕਰਕੇ ਉਹਨਾਂ ਨੂੰ ਇੱਧਰ ਉੱਧਰ ਲਿਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਹੁਣ ਉਹ ਇਕੱਠੇ ਹੋਇਆ, ਅੱਜ ਫੇਰ ਉੱਥੇ ਨਹੀਂ ਕਰ ਸਕੇ, ਉੱਥੇ ਹੰਗਾਮਾ ਚੰਗਾ ਤਕੜਾ ਹੋਇਆ। ਸੋ ਆਮ ਆਦਮੀ ਪਾਰਟੀ ਵਾਸਤੇ ਇਹ ਕੋਈ ਚੰਗੀ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਮਾਈਕ ਖੋਏ, ਇੱਕ ਦੂਜੇ ਨਾਲ ਉੱਥੇ ਧੱਕਾ ਮੁੱਕੀ ਹੋਈ ਹੈ। ਲੋਕਾਂ ਨੇ ਬੜਾ ਵੇਖਿਆ ਹੋਣਾ, ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਬਦਨਾਮੀ ਬੜੀ ਹੋ ਜਾਂਦੀ ਹੈ। ਸਾਡੇ ਲੀਡਰਾਂ ਨੂੰ ਸਾਡੀ ਅਗਲੀ ਪੀੜ੍ਹੀ ਵਾਸਤੇ ਜਿਹੜਾ
ਉਹ ਮਾਡਲ ਬਣ ਕੇ ਆਉਣਾ ਚਾਹੀਦਾ ਔਰ ਇਹਦਾ ਮਤਲਬ ਇਹ ਆ ਉੱਥੇ ਸਾਡੇ ਜਿਹੜੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੀ ਸੀਗੇ ਔਰ ਇਹ ਵੀ ਪਤਾ ਲੱਗਿਆ ਕਿ ਉਹ ਮਾਈਕ ਉਹਨਾਂ ਨੇ ਮਾਈਕ ਫੜ ਲਿਆ, ਦੂਸਰੇ ਨੇ ਮਾਈਕ ਖਿੱਚ ਲਿਆ ਤੇ ਵੱਡੀ ਗੱਲ ਤੇ ਇਹ ਆਈ ਸਾਹਮਣੇ ਕਿ ਉੱਥੇ ਇੱਕ ਕਾਂਗਰਸੀ ਲੀਡਰ ਜਿਹੜੇ ਆਪਣੇ ਲੀਡਰਾਂ ਨੂੰ ਸ਼ਾਮਲ ਕਰਨਾ ਸੀ ਉਹ ਇੱਕ ਬਹੁਤ ਵੱਡਾ ਹਾਰ ਲੈ ਕੇ ਆਇਆ ਤੇ ਉਹ ਉਹਨਾਂ ਦਾ ਉਹ ਸਿੰਬਲ ਸੀ ਕਿ ਇਹ ਆਮ ਆਦਮੀ ਪਾਰਟੀ ਦਾ ਹਾਰ ਹੈ ਤੇ ਇਹਦੇ ਵਿੱਚ ਸਾਰਿਆਂ ਨੇ ਆ ਜਾਣਾ ਤੇ ਉਹਨਾਂ ਵਿੱਚ ਕਈ ਸਿਰ ਵਾੜਨ ਦੀ ਕੋਸ਼ਿਸ਼ ਕਰਦੇ ਰਹੇ ਤੇ ਉਹ ਸਿਰ ਨਹੀਂ ਵੜ ਸਕੇ ਕਿਉਂਕਿ ਹਾਰ ਛੋਟਾ ਸੀ, ਲੀਡਰ ਜ਼ਿਆਦਾ ਸੀ। ਕਈ ਫਿਰ ਕਹਿੰਦੇ ਸਾਈਡ ਤੇ ਖਲੋ ਕੇ ਫੋਟੋਆਂ ਖਿਚਾਉਂਦੇ ਰਹੇ। ਇਹ ਸਾਰੀ ਗੇਮ ਜਿਹੜੀ ਆ ਫੋਟੋਆਂ ਦੀ ਨਹੀਂ, ਇਹ ਕੁਰਸੀ ਦੀ ਹੈ ਤੇ ਕੁਰਸੀ ਦੇ ਵਿੱਚੋਂ ਜੇਕਰ ਇਸ ਤਰ੍ਹਾਂ ਕੁਝ ਹੁੰਦਾ ਤੇ ਮੈਂ ਸਮਝਦਾ ਸਾਡੇ ਦਰਸ਼ਕ ਵੀ ਜਾਣਗੇ ਵੀ ਇਹ ਮਾੜੀ ਗੱਲ ਹੈ। ਬਿਲਕੁਲ ਜੀ। ਤੇ ਦੂਜੇ ਪਾਸੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਅੱਜ ਬੰਬ ਦੀ ਖਬਰ ਫੈਲੀ ਸੀ, ਅਸਲ ਸੱਚ ਕੀ ਹੈ ਜੀ ਵੀਰੇ? ਸਰ ਦੇਖੋ ਇਹਦੇ ਬਾਰੇ ਦੋ ਖਬਰਾਂ ਨਿਕਲ ਕੇ ਆ ਰਹੀਆਂ ਨੇ। ਬਾਈ ਚਾਂਸ ਮੈਂ ਅੱਜ ਖੁਦ ਵੀ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਸੀਗਾ ਜੀ ਤੇ ਉੱਥੇ ਵੀ ਉਸ ਟਾਈਮ ਵੇਲੇ ਇੱਕਦਮ ਸਾਰੀ ਟ੍ਰੈਫਿਕ ਬਾਹਰ ਸੈਕਟਰੀਏਟ ਦੇ ਸਾਹਮਣੇ ਰੋਕ ਦਿੱਤੀ ਗਈ। ਅਸੀਂ 2-3 ਕਿਲੋਮੀਟਰ ਤੁਰ ਕੇ ਜਾ ਕੇ ਕਾਰ ਲਈ। ਪਤਾ ਇਹ ਲੱਗਿਆ ਕਿ ਜ਼ਿਲ੍ਹਾ ਅਦਾਲਤਾਂ ਨੇ ਜਿਹੜੀਆਂ ਚੰਡੀਗੜ੍ਹ ਦੀਆਂ 43 ਸੈਕਟਰ ਦੇ ਵਿੱਚ ਉਹਦੇ ਵਿੱਚ ਕਿਸੇ ਨੇ ਟੈਲੀਫੋਨ ਕੀਤਾ ਸਵੇਰੇ ਕਿ ਇੱਥੇ ਬੰਬ ਦਾ ਸਮਾਨ ਜਿਹੜਾ ਆ ਚੁੱਕਿਆ ਹੋਇਆ ਤੇ ਉੱਥੇ ਦੀ ਕਹਿੰਦੇ ਟਾਇਲਟਸ ਦੇ ਵਿੱਚ ਉਹ ਚਿੱਠੀ ਸੁੱਟੀ ਗਈ ਸੀ ਤੇ ਉਹਦੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਪੰਚਕੂਲਾ ਦੀ ਅਦਾਲਤ ਦੇ ਵਿੱਚ ਚਿੱਠੀ ਸੁੱਟੀ ਗਈ। ਉੱਥੇ ਵੀ ਲਿਖਿਆ ਕਿ ਚੰਡੀਗੜ੍ਹ ਦੇ ਵਿੱਚ ਧਮਾਕਾ ਹੋਏਗਾ, ਪੰਚਕੂਲਾ 'ਚ ਹੋਏਗਾ ਔਰ ਚੰਡੀਗੜ੍ਹ ਦੀ ਅਦਾਲਤ ਵਿੱਚ ਟੈਲੀਫੋਨ ਆਇਆ। ਸੋ ਉੱਥੇ ਬਹੁਤ ਵੱਡੇ ਪੱਧਰ ਤੇ ਜਿਹੜੀ ਹੈ ਉਹ ਪੁਲਿਸ ਇਕੱਠੀ ਹੋ ਗਈ, ਚੈਕਿੰਗ ਸ਼ੁਰੂ ਹੋ ਗਈ। ਇਹ ਪਤਾ ਲੱਗਿਆ ਵਿੱਚੋਂ ਨਿਕਲ ਕੇ ਖਬਰ ਇਹ ਆਈ ਕਿ ਕਿਉਂਕਿ 26 ਜਨਵਰੀ ਆ ਰਹੀ ਹੈ ਸੋ ਪੁਲਿਸ ਜਿਹੜੀ ਆ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਤੇ ਇੱਕ ਕਹਿੰਦੇ ਬਿਲਕੁਲ ਫੋਕੀ ਕਾਲ ਜਿਹੜੀ ਕੀਤੀ ਗਈ ਹੈ, ਧਮਕੀ ਜਿਹੜੀ ਹੈ ਉਹ ਫੋਕੀ ਸੀਗੀ। ਇਹ ਬਣਾਇਆ ਹੋਇਆ ਸੀ ਮੌਕ ਡਰਿਲ ਜਿਹਨੂੰ ਕਹਿੰਦੇ ਆ ਕਿ ਰਿਹਰਸਲ ਕੀਤੀ ਗਈ। ਇਹ ਗੱਲ ਸਾਹਮਣੇ ਤੇ ਨਹੀਂ ਆਈ ਪੂਰੀ ਤਰ੍ਹਾਂ, ਪਰ ਇਹ ਗੱਲ ਜ਼ਰੂਰ ਹੈ ਕਿ ਚੈਕਿੰਗ ਹੋਈ ਆ ਉੱਥੇ ਬਿਲਕੁਲ ਕਿੱਥੋਂ ਬੰਬ ਲੱਭਿਆ ਜਾਣਾ, ਕਿਵੇਂ ਆਈ ਧਮਕੀ। ਇਸੇ ਤਰ੍ਹਾਂ ਪੰਚਕੂਲਾ ਦੇ ਵਿੱਚ ਵੀ ਧਮਕੀ ਆਈ ਹੈ, ਹਾਈ ਕੋਰਟ ਵਾਸਤੇ, ਬੱਸ ਸਟੈਂਡ ਵਾਸਤੇ ਆਈ ਹੈ। ਸਰਕਾਰ ਨੇ ਜਿਹੜੀਆਂ ਹਦਾਇਤਾਂ ਕੀਤੀਆਂ ਉਹਦੇ ਮੁਤਾਬਕ ਪੁਲਿਸ ਜਿਹੜੀ ਹੈ ਉਹ ਐਕਟਿਵ ਹੈ। ਪੰਜਾਬ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਬਹੁਤ ਚੈਕਿੰਗ ਚੱਲਦੀ ਪਈ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਲਾ ਐਂਡ ਆਰਡਰ ਨੂੰ ਲੈ ਕੇ ਚਿੰਤਾ ਵਾਲੇ ਬਣੇ ਆ ਕਿਉਂਕਿ ਬਾਰਡਰ ਤੋਂ ਡਰੋਨ ਆ ਰਹੇ ਨੇ, ਉਹਨਾਂ ਰਹੀ ਹੈਰੋਨ ਆ ਰਹੀ ਹੈ, ਨਸ਼ੇ ਆ ਰਹੇ ਨੇ, ਬੰਬ ਆ ਰਹੇ ਨੇ, ਉਹਦੇ ਵਿੱਚ ਹਥਿਆਰ ਵੀ ਆ ਰਹੇ ਨੇ ਤੇ ਦੂਸਰੇ ਪਾਸਿਓਂ ਵੀ ਸਮਗਲ ਹੋ ਕੇ ਇਹ ਆ ਰਿਹਾ। ਤਾਂ ਇਹ ਡਰ ਹੈ ਤਾਂ ਇਹਦੇ ਲਈ ਪੁਲਿਸ ਜਿਹੜੀ ਹੈ ਉਹ ਮੁਸਤੈਦ ਹੈ। ਇਸ ਦੀ ਮੁਸਤੈਦੀ ਜਿਹੜੀ ਅਸੀਂ ਸਮਝਦੇ ਹਾਂ ਕਿ ਚੰਗੀ ਹੈ, ਲੋਕਾਂ 'ਚ ਵਿਸ਼ਵਾਸ ਵੀ ਬਣਦਾ ਔਰ ਰੱਬ ਕਰੇ ਕਿ 26 ਜਨਵਰੀ ਸਾਡੀ ਜਿਹੜੀ ਆ ਉਹ ਸੁੱਖ ਸ਼ਾਂਤ ਨਿਕਲ ਜਾਵੇ। ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ। ਜਿੱਥੇ ਕੋਈ ਬੰਦਿਸ਼ਾਂ ਲੱਗੀਆਂ ਨੇ, ਕੋਈ ਕਿਹਾ ਕਿ ਟ੍ਰੈਫਿਕ ਜਿਹੜੀ ਆ ਉਹ ਡਾਇਵਰਟ ਕੀਤੀ ਗਈ ਆ, ਉਹ ਮੰਨ ਲੈਣਾ ਚਾਹੀਦਾ ਤੇ ਉਹਨਾਂ ਪੁਲਿਸ ਵਾਲਿਆਂ ਨਾਲ ਸਾਨੂੰ ਲੜਨਾ ਨਹੀਂ ਚਾਹੀਦਾ। ਬਿਲਕੁਲ ਜੀ। ਤੇ ਵੜਿਆ ਸਾਹਿਬ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੀ ਕਹਿੰਦੇ ਬ੍ਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਨੇ ਜੀ। ਗੱਲ ਇਹ ਹੈ ਕਿ ਮਨਦੀਪ ਜੀ ਬ੍ਰੇਕਾਂ ਲੱਗਣੀਆਂ ਤੇ ਆਪਾਂ ਤਾਂ ਕਹੀਏ ਨਾ ਵੀ ਜੇ ਉਹ ਬਾਹਰ ਆ ਗਏ ਹੁਣ, ਪਰ ਤਿਆਰੀਆਂ ਸਾਰੀ ਕਰ ਲਈਆਂ ਸੀ ਨਾ ਤੇ ਇਹ ਸਿਰਫ ਗੱਲਾਂ ਹੀ ਸੀਗੀਆਂ ਹਾਲੇ ਤੱਕ, ਕਿਉਂਕਿ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਵਰਡ ਜਿਹੜਾ ਕੋਈ ਵੀ ਇੱਕ ਕਿਸਮ ਦਾ ਬਿਆਨ ਨਹੀਂ ਆਇਆ ਕਿ ਨਵਜੋਤ ਸਿੱਧੂ ਹੁਣਾਂ ਨੂੰ ਛੱਡ ਦੇਣਾ। ਵੈਸੇ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਅਪ੍ਰੈਲ ਦੇ ਵਿੱਚ ਹੋਣੀ ਆ ਜੀ, ਅਪ੍ਰੈਲ 'ਚ ਜਾ ਕੇ ਉਹਨਾਂ ਦੀ ਸਜ਼ਾ ਪੂਰੀ ਹੋਣੀ ਆ। ਪਰ ਜੋ ਸ਼ਰਤਾਂ ਨੇ ਜੇਲ੍ਹ ਮੈਨੂਅਲ ਦੇ ਵਿੱਚ ਕਿ ਅਗਰ ਕੋਈ ਵਿਅਕਤੀ 50% ਤੋਂ ਜ਼ਿਆਦਾ ਆਪਣੀ ਸਜ਼ਾ ਪੂਰੀ ਕਰ ਲੈਂਦਾ ਹੈ ਤੇ ਉਹਨੂੰ 26 ਜਨਵਰੀ ਜਾਂ 15 ਅਗਸਤ ਦੇ ਮੌਕੇ ਤੇ ਅੱਛਾ ਆਚਰਣ ਹੋਣ ਕਰਕੇ ਉਹ ਛੱਡ ਦਿੱਤਾ ਜਾ ਸਕਦਾ ਹੈ। ਔਰ ਜਿਵੇਂ ਰਾਹੁਲ ਗਾਂਧੀ ਆਏ ਸੀ ਭਾਰਤ ਜੋੜੋ ਯਾਤਰਾ ਮਾਫ ਕਰਨਾ ਉਹਦੇ ਲੈ ਕੇ, ਤਾਂ ਉਹਦੇ ਵਿੱਚ ਇਹ ਲੱਗਿਆ ਸੀ ਕਿ ਸ਼ਾਇਦ ਇਸ ਤਰ੍ਹਾਂ ਦਾ ਮਾਹੌਲ ਬਣ ਜਾਏਗਾ ਕਿਉਂਕਿ ਕੁਝ ਖਬਰਾਂ ਨਿਕਲ ਕੇ ਆ ਗਈਆਂ ਸੀਗੀਆਂ ਜੀ। ਸੋ ਉਦੋਂ ਬੜੀ ਗੱਲ ਹੋਈ ਕਿ ਨਵਜੋਤ ਸਿੱਧੂ 26 ਨੂੰ ਆ ਜਾਣਗੇ। ਪਰ ਭਗਵੰਤ ਮਾਨ ਹੋਣਾ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਇਸ ਬਾਰੇ ਸਵਾਲ ਤਾਂ ਉਹਨਾਂ ਕਿਹਾ ਕਿ ਇਹ ਸਰਕਾਰੀ ਸੀਕ੍ਰੇਟ ਖਬਰ ਹੈ, ਇਹ ਮੈਂ ਤੁਹਾਡੇ ਨਾਲ ਲੀਕ ਨਹੀਂ ਕਰ ਸਕਦਾ, ਜਦੋਂ ਹੋਏਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗੀ। ਸੋ ਹੁਣ ਚਾਂਸ ਜਿਹੜੇ ਆ ਉਹਨਾਂ ਦੇ ਬਾਹਰ ਆਉਣ ਦੇ ਬਿਲਕੁਲ ਤਕਰੀਬਨ ਖਤਮ ਨੇ ਕਿਉਂਕਿ ਕੱਲ ਨੂੰ 25 ਤਾਰੀਖ ਹੈ। ਕੱਲ ਨੂੰ ਪੁਲਿਸ ਸਾਰੀ ਜਿਹੜੀ ਹੈ ਉਹ ਸਾਰੇ ਦਫ਼ਤਰ ਹੈ ਜਿਹੜੇ ਉਹ ਆਪਣੇ ਆਪ ਦੇ ਵਿੱਚ ਬਿਜ਼ੀ ਹੋਣਗੇ ਤੇ ਜੇ ਕੱਲ ਨੂੰ ਰਿਹਾਈ ਦੇ ਆਰਡਰ ਹੋ ਵੀ ਜਾਂਦੇ ਆ, ਮੰਨ ਲਓ ਸਰਕਾਰ ਕਹਿ ਦਿੰਦੀ ਆ, ਤਾਂ ਉਹ 26 ਤੋਂ ਬਾਅਦ ਹੀ ਹੋਣਗੇ। 26 ਨੂੰ ਅਨਾਉਂਸ ਕੀਤਾ ਜਾ ਸਕਦਾ ਕਿ ਇਹਨਾਂ ਲੋਕਾਂ ਨੂੰ ਛੱਡਿਆ ਜਾਏਗਾ।
ਜੀ। ਲੇਕਿਨ ਇਹ ਵੀ 26 ਨੂੰ ਆ ਜਾਣਗੇ, ਇਹ ਸੰਭਵ ਜਿਹੜਾ ਉਹ ਹੁਣ ਨਹੀਂ ਹੈਗਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ ਹੈ ਕਿ ਅਦਾਲਤ ਦੇ ਵਿੱਚ ਉਹ ਪੇਸ਼ ਹੋਣਾ, ਸਰਕਾਰ ਨੇ ਕਰਨਾ ਹੈ, ਫਿਰ ਉਹਦੇ ਆਰਡਰ ਇਸ਼ੂ ਹੋਣੇ ਆ, ਫਿਰ ਉਹ ਜੇਲ੍ਹ 'ਚ ਜਾਣੇ ਆ, ਉੱਥੇ ਕਾਰਵਾਈ 'ਚ ਹੈ ਤੇ 26 ਤਰੀਕ ਨੂੰ ਸਾਰੇ ਬਿਜ਼ੀ ਹੋਣਗੇ। ਸੋ 26 ਤੋਂ ਬਾਅਦ ਹੋ ਸਕਦਾ ਕਿਸੇ ਦਿਨ ਉਹ ਆ ਜਾਣ, ਜਿਵੇਂ ਪਤਾ ਲੱਗਿਆ ਕਿ ਜਦੋਂ ਉਹਨਾਂ ਦੀ ਭਾਰਤ ਜੋੜੋ ਯਾਤਰਾ ਦਾ ਅੰਤਮ ਪੜਾਅ ਜਿਹੜਾ ਸ਼ੁਰੂ ਹੋ ਚੁੱਕਿਆ ਜੰਮੂ ਕਸ਼ਮੀਰ 'ਚ, ਉਹਦੇ ਵਿੱਚ 30 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਉੱਥੇ ਆਉਣਗੇ, ਪਰ ਲੱਗਦਾ ਹੈ ਕਿ ਹਾਲੇ ਸੰਭਵ ਨਹੀਂ ਹੈਗਾ। 26 ਤੋਂ ਬਾਅਦ ਹੀ ਜਿਹੜਾ ਪਤਾ ਲੱਗੇ, ਜਾਂ 26 ਤਰੀਕ ਨੂੰ ਕੀ ਅਨਾਉਂਸ ਕੀਤਾ ਜਾਂਦਾ ਹੈ ਜੀ। ਤੇ ਵੈਸੇ ਮੌਸਮ ਦੇ ਨਾਲ ਸੰਬੰਧ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਅਪਡੇਟ ਹੈ ਜੀ? ਲੱਗਦਾ ਮੌਸਮ ਸਹੀ ਹੈ? ਮੌਸਮ ਨੇ ਇਸ ਵਾਰ ਬੜੀ ਕਮਾਲ ਕੀਤੀ ਹੈ ਬੁੱਲੋਪੁਰ ਸਾਹਿਬ ਜੀ ਕਿ ਸਾਡਾ ਜਿਹੜਾ ਦਸੰਬਰ ਦੇ ਮਹੀਨੇ ਦੇ ਵਿੱਚ ਜੋੜ ਮੇਲ, ਸ਼ਹੀਦੀ ਜੋੜ ਮੇਲ ਹੁੰਦਾ ਹੈ, ਉਹਦੇ ਵਿੱਚ ਸਦੀਆਂ ਤੋਂ ਇਹ ਚੱਲਦੀ ਆ ਰਹੀ ਹੈ ਗੱਲ, ਜਦੋਂ ਤੋਂ ਕਿ ਉਹਦੇ ਉੱਤੇ ਬਾਰਿਸ਼ ਜ਼ਰੂਰ ਪੈਂਦੀ ਹੈ, ਪਰ ਅਸੀਂ ਵੇਖਿਆ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕਈ ਵਾਰੀ ਬਾਰਿਸ਼ ਨਹੀਂ ਹੋਈ। ਤੇ ਕਿਉਂਕਿ ਜਿਹੜੇ ਉਹ ਦਿਨ ਨੇ 26, 27, 28 ਦਸੰਬਰ, ਉਹ ਦਿਨ ਹੈਗੇ ਆ ਅੰਗਰੇਜ਼ੀ ਮਹੀਨਿਆਂ ਦੇ ਜੀ। ਮੌਸਮ ਦੀ ਜਿਹੜੀ ਉਹ ਸਾਡੇ ਦੇਸੀ ਮਹੀਨਿਆਂ ਨਾਲ ਜੁੜਦਾ ਹੈ, ਉਹਦਾ ਸੂਰਜ ਦਾ, ਚੰਦਰਮਾ ਦਾ, ਤਾਰਿਆਂ ਦੀ, ਉਹਦੇ ਨਾਲ ਜੋੜਦੇ ਆ ਕਿ ਇਹ ਅਗਲੇ ਮੌਸਮ ਕਿੰਨਾ ਅੱਗੇ ਚਲਿਆ ਗਿਆ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੱਕੇ ਤੌਰ ਤੇ ਕਿ ਇਹ 26, 27, 28 ਨੂੰ ਮੀਂਹ ਪੈਣਾ ਚਾਹੀਦਾ ਸੀਗਾ, ਪੈਂਦਾ ਜ਼ਰੂਰ ਹੈ, ਪਰ ਮੌਸਮ ਪੂਰੀ ਦੁਨੀਆ ਦੇ ਵਿੱਚ ਬਦਲਦਾ ਪਿਆ ਹੈ। ਔਰ ਇਹ ਖਬਰ ਆਈ ਹੈ ਕਿ ਅਗਲੇ ਦਿਨਾਂ ਦੇ ਵਿੱਚ ਪੰਜਾਬ ਤੇ ਉੱਤਰੀ ਜਿਹੜੇ ਸਾਡੇ ਸੂਬੇ ਨੇ, ਜਿਹਦੇ ਵਿੱਚ ਜੰਮੂ ਕਸ਼ਮੀਰ ਹੈ, ਹਿਮਾਚਲ ਹੈ, ਹਰਿਆਣਾ ਹੈ, ਤੇ ਇਸੇ ਤਰ੍ਹਾਂ ਉੱਤਰਾਖੰਡ ਹੈ, ਯੂਪੀ ਦੇ ਕੁਝ ਹਿੱਸੇ, ਇੱਥੇ ਬਾਰਿਸ਼ ਹੋਏਗੀ ਔਰ ਹੋਣੀ ਵੀ ਸ਼ੁਰੂ ਹੋ ਗਈ। ਅੱਜ ਮੋਹਾਲੀ ਦੇ ਵਿੱਚ ਬਹੁਤ ਮੀਂਹ ਪਿਆ, ਚੰਡੀਗੜ੍ਹ ਦੇ ਵਿੱਚ ਵੀ ਪਿਆ, ਇੱਧਰ ਨੂੰ ਤੁਸੀਂ ਰਾਜਪੁਰੇ ਨੂੰ ਜਾਂ ਤੁਸੀਂ ਜਾਂਦੇ ਹੋ ਲੁਧਿਆਣੇ ਨੂੰ, ਇੱਧਰਲੇ ਪਾਸੇ ਵੀ ਮੀਂਹ ਪਿਆ, ਮੀਂਹ ਚੰਗਾ ਪਿਆ ਹੈ। ਇਹ ਮੀਂਹ ਇਹਨਾਂ ਦਿਨਾਂ ਦੇ ਵਿੱਚ ਕਣਕ ਲਈ ਵਧੀਆ ਮੀਂਹ ਹੈ, ਬਿਲਕੁਲ, ਕਿਉਂਕਿ ਕਣਕਾਂ ਹਾਲੇ ਨਿਸਰੀਆਂ ਨਹੀਂ ਹੈਗੀਆਂ ਤੇ ਬਿਲਕੁਲ ਤਿਆਰੀਆਂ ਤੇ ਹੈਗੀਆਂ ਨੇ। ਇਹਨਾਂ ਦਿਨਾਂ 'ਚ ਤੇ ਚੰਗੀ ਆ। ਦੂਸਰਾ ਨਾਲ ਦੀ ਨਾਲ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿੰਨੀ ਠੰਡ ਪਈ ਹੈ, ਬਹੁਤ ਬੁਰੀ ਤਰ੍ਹਾਂ ਠੰਡ ਪਈ ਹੈ, ਔਰ ਇਹ ਕਿਹਾ ਜਾਂਦਾ ਹੈ ਕਿ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਬੁੱਲੋਪੁਰ ਸਾਹਿਬ, ਉਨਾ ਚਿਰ ਠੰਡ ਦਾ ਮੌਸਮ ਤੁਹਾਡੇ ਲਈ ਬੜਾ ਖਤਰਨਾਕ ਹੈ। ਪਿਛਲੇ ਦਿਨਾਂ 'ਚ ਜਿਹੜੀ ਠੰਡ ਪਈ ਆ, ਉਹਨੇ ਮਟਰਾਂ ਵਾਲਿਆਂ ਨੂੰ ਤੇ ਆਲੂਆਂ ਵਾਲਿਆਂ ਨੂੰ ਤੇ ਦੂਸਰੀਆਂ ਸਬਜ਼ੀਆਂ ਵਾਲਿਆਂ ਨੂੰ ਤੇ ਬਰਬਾਦ ਕਰਕੇ ਦਿੱਤਾ ਰੱਖ, ਕਿਉਂਕਿ ਉਹ ਬਿਲਕੁਲ ਤਬਾਹ ਹੋ ਗਈਆਂ ਉਹਨਾਂ ਦੀਆਂ ਸਬਜ਼ੀਆਂ। ਮਟਰ ਬਿਲਕੁਲ ਖਤਮ ਹੋ ਗਏ, ਟਮਾਟਰ ਬਿਲਕੁਲ ਖਤਮ ਹੋ ਗਏ ਆ, ਔਰ ਗੋਭੀ ਤੇ ਆਲੂਆਂ ਤੇ ਬੜਾ ਅਸਰ ਪਿਆ ਇਹਦਾ। ਪਰਮਾਤਮਾ ਕਰੇ ਉਹਨਾਂ ਨੂੰ ਦੁਬਾਰੇ ਮੌਕਾ ਮਿਲ ਜਾਵੇ, ਪਰ ਕਣਕ ਦਾ ਅਸਰ ਹੈ, ਲੇਕਿਨ ਲੋਕਾਂ ਤੇ ਬੜਾ ਅਸਰ ਪੈ ਰਿਹਾ ਸੀ ਇਹਦਾ। ਜਿਹੜੀਆਂ ਬੱਚਿਆਂ ਨੂੰ, ਬਜ਼ੁਰਗਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਕਿਉਂਕਿ ਮੌਸਮ ਦੇ ਵਿੱਚ ਧੂਆਂ ਘੱਟਾ ਭਰਿਆ, ਔਰ ਜਦੋਂ ਮੀਂਹ ਪੈਂਦਾ ਉਹਦੇ ਨਾਲ ਮੌਸਮ ਸਾਫ਼ ਹੋ ਜਾਂਦਾ, ਹਵਾ ਦੇ ਵਿੱਚੋਂ ਸਾਰਾ ਘੱਟਾ ਧੂਲ ਕੇ ਧਰਤੀ ਤੇ ਆ ਜਾਂਦਾ। ਸੋ ਅਗਲੇ ਦਿਨਾਂ ਦੇ ਵਿੱਚ ਬਾਰਿਸ਼ ਹੈ, ਧਿਆਨ ਰੱਖੋ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ, ਖਾਸ ਤੌਰ ਤੇ ਹੌਲੀ ਚਲਾਓ। ਅਸੀਂ ਦੇਖਿਆ ਬਹੁਤ ਗੱਡੀਆਂ ਤੇਜ਼ ਚਲਾਉਂਦੇ ਨੇ, ਵੱਡੀਆਂ ਗੱਡੀਆਂ ਵਾਲੇ ਤਾਂ ਛੋਟੀਆਂ ਨੂੰ ਸਮਝਦੇ ਕੁਝ ਨਹੀਂ ਹੈਗੇ। ਟਰੱਕਾਂ ਬੱਸਾਂ ਵਾਲਿਆਂ ਤੋਂ ਥੋੜ੍ਹਾ ਜਿਹਾ ਬਚ ਕੇ ਚੱਲੋ ਤੇ ਸੁੱਖੀ ਸੰਦੀ ਆਪਾਂ ਅਗਲੇ ਦਿਨ ਕੱਢ ਲਈਏ। ਮੀਂਹ ਦੇ ਅਸਾਰ ਜਿਹੜੇ ਆ ਉਹ ਪੱਕੇ ਆ। ਸੋ ਜਿਨ੍ਹਾਂ ਨੇ, ਸਾਡੇ ਕਿਸਾਨ ਵੀਰਾਂ ਨੇ, ਹਾਲੇ ਜਿਨ੍ਹਾਂ ਥਾਵਾਂ ਤੇ ਮੀਂਹ ਨਹੀਂ ਪਿਆ, ਉਹਨਾਂ ਨੂੰ ਇਹ ਲੱਗਦਾ ਕਿ ਕਣਕ ਨੂੰ ਪਾਣੀ ਲਾਉਣਾ, ਹਾਲੇ ਵੇਟ ਕਰ ਲਓ, ਕਿਉਂਕਿ 2 ਦਿਨ ਜੇ ਤੁਸੀਂ ਲੇਟ ਵੀ ਹੋ ਜਾਓਗੇ ਤੇ ਕੋਈ ਜ਼ਿਆਦਾ ਨੁਕਸਾਨ ਹੋਣ ਵਾਲੀ ਗੱਲ ਨਹੀਂ। ਇਹ 2 ਦਿਨ ਦੀ ਤੁਸੀਂ ਜਿਹੜੀ ਆ ਉਹ ਵੇਟ ਕਰ ਲਓ ਜੀ। ਤੇ ਵੈਸਾ ਅੱਜ ਭੁਚਾਲ ਦੇ ਕਹਿੰਦੇ ਉਹ ਵੀ ਲੱਗੇ, ਅੱਜ ਭੁਚਾਲ ਵੀ ਆਏ ਕਿ ਥਾਵਾਂ ਦੇ ਉੱਤੇ? ਹਾਂ, ਭੁਚਾਲ ਦੇ ਬੜੇ ਅਚਾਨਕ ਜੇ ਖਬਰ ਜਿਹੜੀ ਆ ਉਹ ਨਿਕਲ ਕੇ ਸਾਡੇ ਸਾਹਮਣੇ ਆ ਗਈ ਹੈ। ਇਹ ਸਾਡਾ ਇਲਾਕਾ ਹੀ ਇਸ ਤਰ੍ਹਾਂ ਦਾ ਹੈਗਾ ਜੀ ਕਿ ਇੱਥੇ ਜਿਹੜੇ ਆ, ਕਿਉਂਕਿ ਸਾਡਾ ਇਲਾਕਾ ਜਿਹੜਾ ਉਹ ਪਹਾੜਾਂ ਦੇ ਨੇੜੇ ਆ, ਤੇ ਇਸ ਸਮੇਂ 'ਚ ਪਿਛਲੇ ਦਿਨਾਂ 'ਚ ਅਸੀਂ ਵੇਖ ਚੁੱਕੇ ਹਾਂ ਕਿ ਬਹੁਤ ਸਾਰੇ ਜਿਹੜੇ ਆ ਇਸ ਖੇਤਰ ਦੇ ਵਿੱਚ ਭੁਚਾਲ ਜਿਹੜੇ ਆਉਣ ਦੇ ਜਿਹੜੇ ਆ ਕਈ ਵਾਰ ਟ੍ਰੈਮਰਸ ਆਏ ਨੇ, ਪਰ ਉਹਨਾਂ ਦੀ ਜਿਹੜੀ ਆ ਨਾ ਬਹੁਤ ਡੂੰਘੀ ਜਿਹੜੀ ਆ ਸੈਂਟਰ ਹੁੰਦਾ ਜਿਹਨੂੰ ਕਹਿੰਦੇ ਅਸੀਂ, ਉਹ ਬਹੁਤ ਡੂੰਘਾ ਹੁੰਦਾ। ਇਹ ਵੀ 10 ਕਿਲੋਮੀਟਰ ਤੋਂ ਡੂੰਘਾ ਸੀਗਾ, ਪਰ ਇਹਦੇ ਬਾਰੇ ਜਿਹੜੀ ਸਾਡੇ ਕੋਲੇ ਖਬਰ ਆਈ ਆ ਉਹਦੇ ਮੁਤਾਬਕ ਇਹ ਪਤਾ ਲੱਗਿਆ ਕਿ ਇਹ 5.8 ਤੀਬਰਤਾ ਵਾਲਾ ਸੀਗਾ ਜੀ। ਹਾਂਜੀ, ਔਰ ਇਹ ਜਿਹੜਾ ਆਇਆ, ਜਿਹੜਾ ਸਾਡੇ ਇਲਾਕਿਆਂ 'ਚ ਆ, ਉੱਤਰਾਖੰਡ, ਦੇਹਰਾਦੂਨ, ਪਥੌਰਾ, ਅਲਮੋੜਾ, ਇੱਧਰ ਇਹ ਝਟਕੇ ਸਾਡੇ ਕੋਲੇ ਆਏ ਆ। ਪਰਮਾਤਮਾ ਕਰੇ ਠੀਕ ਹੋਵੇ, ਪਤਾ ਬਾਅਦ 'ਚ ਲੱਗਣਾ। ਹਾਲੇ ਤੱਕ ਨੁਕਸਾਨ ਜਿਹੜਾ ਉਹ ਕਿਤੇ ਨਹੀਂ ਹੋਇਆ, ਉਹਦਾ ਕੋਈ ਖਬਰ ਨਹੀਂ ਮਿਲੀ। ਹੌਲੀ ਹੌਲੀ ਪਤਾ ਲੱਗੂਗਾ, ਕਿਉਂਕਿ ਦੂਰ ਦਰਾਡੇ ਜਿਹੜੇ ਪਹਾੜਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਹੋਈ ਘਟਨਾ ਤਾਂ ਉਹਨੂੰ ਆਉਂਦਿਆਂ ਸਾਡੇ ਕੋਲੇ ਟਾਈਮ ਲੱਗੂਗਾ।
ਪਰ ਇੱਕ ਤੁਹਾਨੂੰ ਦੱਸ ਦਈਏ ਕਿ ਭੁਚਾਲ ਦੇ ਝਟਕੇ ਪਹਿਲਾਂ ਵੀ ਆਉਂਦੇ ਰਹੇ ਆ। ਜੇਕਰ ਤੁਹਾਨੂੰ ਕਦੇ ਵੀ ਭੁਚਾਲ ਦੇ ਝਟਕੇ ਆਉਂਦੇ ਲੱਗਣ ਤਾਂ ਕੋਸ਼ਿਸ਼ ਕਰੋ ਵੀ ਭੱਜਣਾ ਨਹੀਂ ਹੈਗਾ, ਪੌੜੀਆਂ ਨਹੀਂ ਉਤਰਨਾ, ਪੌੜੀਆਂ ਚੜ੍ਹਨਾ ਨਹੀਂ। ਜਿੱਥੇ ਹੈਗੇ ਹੋ ਉੱਥੇ ਕਿਸੇ ਸ਼ੇਡ ਦੇ ਥੱਲੇ, ਜਿਵੇਂ ਦਰਵਾਜ਼ੇ ਦੇ ਥੱਲੇ ਜਾਂ ਪੌੜੀਆਂ ਵਾਲੇ ਪਾਸੇ, ਕਿਉਂਕਿ ਸਭ ਤੋਂ ਭੁਚਾਲ ਦੇ ਵਿੱਚ ਜਿਹੜੀਆਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਨੇ ਉਹ ਉਦੋਂ ਹੁੰਦੀਆਂ ਨੇ ਜਦੋਂ ਸਾਡੇ ਸਿਰ 'ਚ ਕੋਈ ਚੀਜ਼ ਵੱਜਦੀ ਹੈ। ਔਰ ਸਿਰ ਨੂੰ ਬਚਾਉਣ ਵਾਸਤੇ ਇੱਕੋ ਹੀ ਢੰਗ ਹੁੰਦਾ ਕਿ ਤੁਸੀਂ ਚੰਗਾਠਾਂ ਦੇ ਥੱਲੇ ਖੜ੍ਹ ਜਾਓ, ਟੇਬਲ ਦੇ ਥੱਲੇ ਹੋ ਜਾਓ, ਕਿਸੇ ਸ਼ੈੱਡ ਦੇ ਥੱਲੇ ਹੋ ਜਾਓ, ਤੇ ਨਹੀਂ ਹੈਗਾ ਤੇ ਘੱਟੋ ਘੱਟ ਆਪਣੇ ਕਮਰੇ ਦੇ ਕੋਨੇ 'ਚ ਲੱਗ ਕੇ ਜਿਹੜਾ ਖੜ ਜਾਓ, ਬੱਚਿਆਂ ਨੂੰ ਕਰ ਦਿਓ, ਕਿਉਂਕਿ ਉੱਥੇ ਸੱਟ ਵੱਜਣ ਦਾ ਚਾਂਸ ਬਹੁਤ ਘੱਟ ਹੁੰਦਾ ਕਿ ਸਿਰ ਨੂੰ ਕੁਝ ਨਹੀਂ ਤਾਂ ਕੁਝ ਨਾ ਕੁਝ ਸਿਰ ਦੇ ਉੱਤੇ ਕੋਈ ਨਾ ਚੀਜ਼, ਫੱਟੀ, ਕਿਤਾਬ, ਜੋ ਹੱਥ 'ਚ ਆਉਂਦੀ ਉਹ ਰੱਖ ਲਵੋ ਤੇ ਆਪਣੇ ਆਪ ਨੂੰ ਸੇਫ ਕਰ ਲਵੋ ਜੀ। ਤੇ ਵਡੈਲ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਪਿਆਰੇ ਦਰਸ਼ਕੋ, ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ। ਤਦ ਤੱਕ ਦਿਓ ਇਜਾਜ਼ਤ, ਧੰਨਵਾਦ।